ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਦਾਤਾਰ ਪਿਤਾ ਜੀ ਦੀ ਰਹਿਮਤ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਦੇ ਮੁਤਾਬਕ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪ੍ਰਾਰੰਭਤਾ ਦੀ ਜੋ ਵਿਸ਼ੇਸ਼ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਕਰਨ ਜਾ ਰਹੇ ਹਾਂ। ਆਓ ਸਤਿਗੁਰੂ ਜੀ ਦੀ ਕਿਰਪਾ ਸਦਕਾ ਇਸ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ, ਗਰੀਬ ਨਿਵਾਜ ਜੀ ਦੀ ਬਖਸ਼ਿਸ਼ ਨੂੰ ਮਾਨਣ ਦਾ ਯਤਨ ਕਰੀਏ, ਰਸਨਾ ਨੂੰ ਪਵਿੱਤਰ ਕਰਦੇ ਹੋਏ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਓ ਸੀਸ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਦੋਂ ਕਿਸੇ ਬਾਣੀ ਦੀ, ਜਦੋਂ ਕਿਸੇ ਸ਼ਬਦ ਦੀ ਵਿਚਾਰ ਕਰਨੀ ਹੋਵੇ, ਉਹਦੀ ਅਰਥਾਂ ਨੂੰ ਸਮਝਣਾ ਹੋਵੇ, ਤਾਂ ਉਹਦੀਆਂ ਪ੍ਰਣਾਲੀਆਂ ਨੂੰ ਸਮਝਿਆ ਜਾਣਾ ਉਹਦੇ ਤੋਂ ਪਹਿਲਾਂ ਜ਼ਰੂਰੀ ਹੈ ਕਿ ਕਿੰਨਾਂ ਪ੍ਰਣਾਲੀਆਂ ਦੁਆਰਾ ਜਾਂ ਕਿੰਨਾਂ ਗੱਲਾਂ ਦੁਆਰਾ ਅਰਥ ਨੂੰ ਸਮਝਿਆ ਜਾ ਸਕਦਾ ਹੈ। ਸਭ ਤੋਂ ਸੌਖਾ ਸੁਖੈਨ ਸਮਝਣ ਦਾ ਤਰੀਕਾ ਹੈ ਸੰਪਰਦਾਇ। ਸੰਪਰਦਾਇ ਦਾ ਅਰਥ ਹੁੰਦਾ ਹੈ ਸੰਗ ਪ੍ਰਦਾਨ। ਸੰਗ ਦਾ ਅਰਥ ਹੁੰਦਾ ਹੈ ਭਲੀ ਪ੍ਰਕਾਰ, ਪ੍ਰਦਾ ਦਾ ਅਰਥ ਹੁੰਦਾ ਹੈ ਪ੍ਰਦਾਨ ਕਰਨਾ। ਜਿਵੇਂ ਬਜ਼ੁਰਗਾਂ ਨੇ, ਬਾਪ ਨੇ ਆਪਣੀ ਜਾਇਦਾਦ ਨੂੰ ਜਿਵੇਂ ਆਪਦੇ ਬਾਪ ਕੋਲੋਂ ਲਿਆ ਸੀ, ਉਵੇਂ ਅੱਗੇ ਆਪਣੇ ਪੁੱਤ ਨੂੰ ਪ੍ਰਦਾਨ ਕਰ ਦਿੱਤਾ, ਭਾਵ ਦੇ ਦਿੱਤਾ। ਇਹ ਸਭ ਤੋਂ ਵਧੀਆ ਢੰਗ ਹੈ। ਔਰ ਉਸ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਂ ਉਸ ਨੂੰ ਸੁਣਾ ਕੇ ਸਮਝਾ ਕੇ ਦਿੱਤਾ। ਤਾਂ ਸਾਧ ਸੰਗਤ ਜੀ, ਇਹ ਪ੍ਰਣਾਲੀ ਹੈ ਕਿਸੇ ਵਿਚਾਰ ਨੂੰ ਸਮਝਣ ਦੀ। ਤੋ ਇਸ ਵਿਚਾਰ ਦੇ ਨਾਲ ਅਸੀਂ ਸੰਪਰਦਾਇ ਢੰਗ ਦੇ ਨਾਲ ਇਸ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਸਾਧ ਸੰਗਤ ਜੀ, ਜਦੋਂ ਇਸ ਬਾਣੀ ਦੀ ਵਿਚਾਰ ਤੇ ਮੈਂ ਸੰਪਰਦਾਇ ਦੇ ਅਰਥਾਂ ਨੂੰ ਕਰ ਰਿਹਾ, ਤਾਂ ਦੱਸਣ ਦਾ ਇਹ ਵੀ ਜ਼ਰੂਰੀ ਹੈ ਕਿ ਸੰਪਰਦਾਇ ਦਾ ਅਰਥ ਪਿਓ ਦਾਦਿਆਂ ਵੱਲੋਂ ਮਿਲੀ ਹੋਈ ਗੱਲ ਨੂੰ ਅੱਗੇ ਬੱਚਿਆਂ ਤੱਕ ਪਹੁੰਚਾਉਣ ਦਾ ਅਰਥ ਇਹ ਵੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਇੱਕ ਸੰਪਰਦਾ ਚਲਾਈ ਹੈ, ਜਾਂ ਇਹਨੂੰ ਇੱਕ ਤੋਂ ਵੱਧ ਸੰਪਰਦਾਵਾਂ ਦਾ ਨਾਮ ਹੀ ਦੇ ਸਕਦੇ ਹਾਂ, ਜਿਹਦਾ ਮੁੱਖ ਮੰਤਵ ਸਿਧਾਂਤ ਗੁਰੂ ਕੇ ਸ਼ਬਦ ਨੂੰ ਪੜ੍ਹਨਾ, ਸਮਝਣਾ ਤੇ ਅੱਗੇ ਸਮਝਾਉਣਾ ਤੇ ਪੜ੍ਹਾਉਣਾ ਹੈ। ਜਿਸ ਨੂੰ ਦੋ ਟਕਸਾਲਾਂ ਦਾ ਰੂਪ ਦਿੱਤਾ ਗਿਆ। ਇੱਕ ਹੈ ਦਮਦਮੀ ਟਕਸਾਲ, ਦੂਸਰਾ ਹੈ ਸੰਪਰਦਾਇ ਅੰਮ੍ਰਿਤਸਰ ਭਾਵ ਕੇ, ਜਿਹਨੂੰ ਆਪਾਂ ਭਾਈ ਮਨੀ ਸਿੰਘ ਵਾਲੀ ਟਕਸਾਲ, ਭਾਈ ਸੱਤੋ ਕੀ ਗਲੀ ਵਾਲੀ ਟਕਸਾਲ ਇਤਿਆਦਿਕ ਨਾਵਾਂ ਨਾਲ ਜਾਣਦੇ ਹਾਂ। ਇਹਨਾਂ ਦੋ ਟਕਸਾਲਾਂ ਦਾ ਜਥੇਬੰਦੀਆਂ ਦਾ ਮੁੱਢ ਕਿਵੇਂ ਵੱਜਾ,
ਔਰ ਇਹਨਾਂ ਦਾ ਕਥਾ ਦੇ ਨਾਲ ਕੀ ਸੰਬੰਧ ਹੈ ਆਪ ਸੰਗਤ ਨਾਲ ਸਾਂਝਾ ਕਰਾਂਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਸ ਵੇਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੀਗੇ, ਸੱਚਖੰਡ ਸ੍ਰੀ ਆਨੰਦਪੁਰ ਸਾਹਿਬ ਵਿਖੇ ਗਰੀਬ ਨਿਵਾਸ ਜੀ ਵਿਰਾਜਮਾਨ ਸਨ, ਤਾਂ ਉਸ ਸਮੇਂ ਦਾ ਇੱਕ ਸਮਾਂ ਸੀ। ਅੱਜ ਸਿੱਖਾਂ 'ਚ ਕੁਝ ਘਾਟਾਂ ਜ਼ਰੂਰ ਆਈਆਂ ਨੇ। ਸਿੱਖ ਨੇਮ ਨੂੰ ਵੀ ਘਟਾ ਰਹੇ ਨੇ ਤੇ ਪ੍ਰੇਮ ਨੂੰ ਵੀ। ਉਸ ਸਮੇਂ ਸਿੱਖਾਂ ਦੇ ਨੇਮ 'ਚ ਬਹੁਤ ਬਰਕਤ ਸੀ। ਪੰਜ ਬਾਣੀਆਂ ਦੇ ਪਾਠ ਦੇ ਨਾਲ ਨਾਲ ਪੰਜ ਗ੍ਰੰਥੀ ਦਾ ਨਿਤਨੇਮ ਕੀਤਾ ਜਾਂਦਾ ਸੀ। ਅੱਜ ਵੀ ਵਿਦਿਆਲਿਆਂ ਦੇ ਵਿੱਚ ਵਿਦਿਆਰਥੀਆਂ ਨੂੰ ਪੰਜ ਗ੍ਰੰਥੀ ਦਾ ਨਿਤਨੇਮ ਕਰਵਾਇਆ ਜਾਂਦਾ ਹੈ। ਪੰਜ ਗ੍ਰੰਥੀ ਦਾ ਅਰਥ ਹੁੰਦਾ ਹੈ ਜਿਹਦੇ ਵਿੱਚ ਕੁਝ ਹੋਰ ਵਿਸ਼ੇਸ਼ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦਰਜ ਨੇ, ਜਿਵੇਂ ਦੱਖਣੀ ਓਅੰਕਾਰ, ਸਿੱਧ ਗੋਸ਼ਟ, ਬਾਵਨ ਅੱਖਰੀ, ਆਸਾ ਦੀ ਵਾਰ, ਸੁਖਮਨੀ ਸਾਹਿਬ ਇਤਿਆਦਿ। ਤੋ ਉਸ ਸਮੇਂ ਸਾਰੀਆਂ ਬਾਣੀਆਂ ਦਾ ਨੇਮ ਜਿਹੜਾ ਸੀ ਸਿੱਖ ਕਰਿਆ ਕਰਦੇ। ਪੰਜ ਬਾਣੀਆਂ ਦਾ ਪਾਠ ਕਰ ਲਿਆ, ਉਸ ਤੋਂ ਉਪਰੰਤ ਦੱਖਣੀ ਓਅੰਕਾਰ, ਸਿੱਧ ਗੋਸ਼ਟ, ਬਾਵਨ ਅੱਖਰੀ, ਆਸਾ ਦੀ ਵਾਰ ਕੀਰਤਨ ਰੂਪ ਜਾਂ ਪੜ੍ਹ ਕੇ ਤੇ ਸੁਖਮਨੀ ਸਾਹਿਬ, ਇਹ ਜ਼ਰੂਰ ਨੇਮ ਕਰਦੇ ਸਨ। ਤੋ ਇਸੇ ਤਰ੍ਹਾਂ ਇੱਕ ਦਿਨ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਸਨਾਂ ਤੇ ਵਿਰਾਜਮਾਨ ਵਾਹਿਗੁਰੂ ਦੀ ਇਬਾਦਤ ਦੇ ਵਿੱਚ ਜੁੜੇ ਸਨ। ਇੱਕ ਸਿੰਘ ਦੱਖਣੀ ਓਅੰਕਾਰ ਦਾ ਪਾਠ ਕਰ ਰਿਹਾ ਸੀ। ਜਦੋਂ ਪਾਵਨ ਬਾਣੀ ਦੀ ਵਿੱਚ ਸ਼ਬਦ ਦੀਆਂ ਪੰਕਤੀਆਂ ਪੜ੍ਹਦਿਆਂ ਦੱਖਣੀ ਓਅੰਕਾਰ ਨੂੰ ਧਨ ਧਰਣੀ ਧਰ ਆਪ ਜੋਨੀ ਤੋਲ ਬੋਲ ਸੱਚ ਪੂਰਾ, ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ। ਇੱਥੇ ਪਾਠ ਪਹੁੰਚਾ ਤਾਂ ਉਹ ਸਿੰਘ ਬਾਰ-ਬਾਰ ਇਸ ਪੰਕਤੀ ਨੂੰ ਪੜ੍ਹਨ ਲੱਗਾ, ਪਰ ਇਸ ਪੰਕਤੀ ਨੂੰ ਦੁਬਾਰਾ ਰਿਪੀਟ ਕਰਨ ਤੇ ਵੀ ਸ਼ੁੱਧ ਨਹੀਂ ਪੜ੍ਹ ਪਾਇਆ। ਜਦੋਂ ਅਸ਼ੁੱਧ ਬਾਣੀ ਪੜ੍ਹ ਰਿਹਾ ਸੀ ਤਾਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਇੱਕ ਸਿੰਘ ਦੇ ਦੁਆਰਾ ਸੁਨੇਹਾ ਭੇਜ ਕੇ ਸਮਝਾਉਣ ਬਾਬਤ ਕਿਹਾ। ਸਿੰਘ ਨੂੰ ਆਵਾਜ਼ ਮਾਰ ਕੇ ਕਿਹਾ ਕਿ ਇਹਨੂੰ ਸਮਝਾਓ, ਰੋਕੋ। ਪਰੰਤੂ ਉਹ ਜਿਹੜਾ ਸਿੰਘ ਸੀ ਉਹ ਗਰਮ ਸੁਭਾਅ ਦਾ ਸੀ। ਉਹ ਗਰਮ ਹੋਣ ਕਰਕੇ ਉਹਨੇ ਜਾ ਕੇ ਸਿੰਘ ਨੂੰ ਕਹਿਣ ਦੀ, ਪ੍ਰੇਮ ਨਾਲ ਸਮਝਾਉਣ ਦੀ ਬਜਾਏ ਧੱਕੇ ਮਾਰੇ ਤੇ ਚਪੇੜ ਵਗੈਰਾ ਮਾਰ ਦਿੱਤੀ। ਸਿੰਘ ਬਹੁਤ ਜ਼ਿਆਦਾ ਗੁੱਸੇ 'ਚ ਆਇਆ, ਪਰ ਉਸ ਸਮੇਂ ਅੰਮ੍ਰਿਤ ਵੇਲਾ ਹੋਣ ਕਰਕੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਜਿਵੇਂ ਹੁਣ ਗਰੀਬ ਨਵਾਜ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੀਵਾਨ ਤਾਂ ਸੱਜੇ ਨੇ, ਇਸ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਵਿਰਾਜਮਾਨ ਹਨ ਸਿੰਘਾਸਨਾਂ ਤੇ, ਇਵੇਂ ਹੀ ਕਲਗੀਧਰ ਜੀ ਵਿਰਾਜਮਾਨ ਸਨ। ਤੋ ਸਤਿਗੁਰੂ ਜੀ ਦੀ ਵਿਰਾਜਮਾਨ ਇਵੇਂ ਕਥਾ ਵੀ ਆਪ ਹੀ ਕਰਿਆ ਕਰਦੇ ਸਨ। ਜਿਵੇਂ ਹੁਣ ਗੁਰੂ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਸ਼ਬਦ ਦੀ ਰਸਨਾ ਬਦਲ ਲੈਂਦੇ ਨੇ ਪਰ ਜੋਤ ਤਾਂ ਉਹੀ ਹੈ। ਉਹ ਐਵੇਂ ਗਰੀਬ ਨਵਾਜ ਜੀ ਪ੍ਰਤੱਖ ਰੂਪ ਦੇ ਵਿੱਚ ਆਪ ਹੀ ਕਥਾ ਕਰਿਆ ਕਰਦੇ। ਸਾਰੀ ਸਮਾਪਤੀ ਹੋਈ। ਉਹ ਸਿੰਘ ਜਿਹਨੂੰ ਚਪੇੜ ਮਾਰੀ ਸੀ ਸਿੰਘ ਨੇ, ਉਹ ਉੱਠ ਕੇ ਖਲੋ ਗਿਆ ਹਜ਼ੂਰੀ 'ਚ। ਕਹਿਣ ਲੱਗਾ, ਮਹਾਰਾਜ ਜੇ ਬਾਣੀ ਪੜ੍ਹਦਿਆਂ ਸਿੱਖਾਂ ਨੂੰ ਇਹ ਹਾਲ ਹੋਵੇਗਾ, ਚਪੇੜਾਂ ਵੱਜਣਗੀਆਂ, ਦੁੱਖ ਝੱਲਣੇ ਪੈਣਗੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸੁੱਖ ਕਿੱਥੇ ਮਿਲੇਗਾ। ਤਾਂ ਉੱਥੇ ਫਿਰ ਸਤਿਗੁਰੂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਕਹਿਣ ਲੱਗੇ, ਭਾਈ ਕਿੰਨਾ ਕੁ ਦੁੱਖ ਹੋਇਆ ਤੈਨੂੰ? ਕਹਿੰਦਾ, ਸੱਚੇ ਪਾਤਸ਼ਾਹ ਦੁੱਖ ਤਾਂ ਬਹੁਤ ਹੋਇਆ, ਸਰੀਰਕ ਵੀ ਹੋਇਆ ਤੇ ਮਾਨਸਿਕ ਵੀ ਹੋਇਆ, ਮੇਰਾ ਮਨ ਵੀ ਬਹੁਤ ਦੁਖਿਆ ਹੈ। ਮਹਾਰਾਜ ਬਾਣੀ ਪੜ੍ਹਨ ਵੇਲੇ ਤਾਂ ਸੁੱਖ ਮਿਲਦਾ ਹੈ, ਤਾਂ ਇਹ ਚਪੇੜਾਂ ਪੈ ਰਹੀਆਂ ਨੇ। ਪਰਮਾਤਮਾ ਨੂੰ ਯਾਦ ਕਰਦਿਆਂ ਤਾਂ ਸੁੱਖ ਦੀ ਜਿਹੜੀ ਪਰਿਭਾਸ਼ਾ ਦੱਸੀ ਜਾਂਦੀ ਹੈ ਕਿ ਵਾਹਿਗੁਰੂ ਦਾ ਨਾਮ ਜਪਣ ਤੋਂ ਸੁੱਖ ਮਿਲਦਾ ਹੈ, ਤਾਂ ਸਾਧ ਸੰਗਤ ਜੀ ਜਦੋਂ ਐਸੇ ਬਚਨ ਉਹ ਸਿੱਖ ਨੇ ਕੀਤੇ, ਮਹਾਰਾਜ ਕਹਿਣ ਲੱਗੇ, ਕਿੰਨੀ ਤਕਲੀਫ ਹੈ? ਕਹਿੰਦਾ, ਦੱਸ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ, ਫਿਰ ਇੱਕ ਗੱਲ ਯਾਦ ਰੱਖਣੀ ਸੰਗਤ ਜੀ, ਗੁਰਬਾਣੀ ਸਾਡੇ ਅੰਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਸਾਡਾ ਅੰਗ ਹੈ।
ਅਸੀਂ ਗੁਰਬਾਣੀ ਨੂੰ ਆਪਣੇ ਅੰਗ ਮੰਨਦੇ ਹਾਂ। ਜਦੋਂ ਕੋਈ ਇਸ ਦੇ ਉਚਾਰਨ ਨੂੰ, ਇਸ ਦੇ ਅਰਥ ਨੂੰ ਗਲਤ ਕਰੇਗਾ ਤਾਂ ਉਹ ਜਿਵੇਂ ਕਿਸੇ ਦੀ ਬਾਂਹ ਮਰੋੜ ਦਿੱਤੀ ਜਾਵੇ ਤੇ ਉਹਨੂੰ ਕਿੰਨੀ ਤਕਲੀਫ ਹੋਵੇਗੀ। ਸਾਡੇ ਇਹਨਾਂ ਅੱਖਰਾਂ ਨੂੰ ਜਦੋਂ ਕੋਈ ਤਰੋੜ ਮਰੋੜੇਗਾ ਤਾਂ ਸਾਡੇ ਸਰੀਰ ਨੂੰ ਤੇ ਮਨ ਨੂੰ ਵੀ ਦੁੱਖ ਹੁੰਦਾ ਹੈ। ਕਿਉਂਕਿ ਸਾਧ ਸੰਗਤ ਜੀ, ਇੱਕ ਆਪਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਆਤਮਾ ਗ੍ਰੰਥ ਚ ਤੇ ਸਰੀਰ ਪੰਥ ਚ। ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੀ ਜੋਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਟਿਕਾਈ ਹੋਈ ਹੈ। ਤੋ ਸਾਧ ਸੰਗਤ ਜੀ, ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਸ਼ੁੱਧ ਨਹੀਂ ਪੜਾਂਗੇ, ਤੋੜ ਮਰੋੜ ਕੇ ਅਰਥਾਂ ਨੂੰ ਕਰਨ ਦਾ ਯਤਨ ਕਰਾਂਗੇ ਤਾਂ ਗਰੀਬ ਨਿਵਾਜ ਦੇ ਹਿਰਦੇ ਨੂੰ ਦੁੱਖ ਵੀ ਹੁੰਦਾ ਹੈ। ਤੋ ਉਸ ਸਮੇਂ ਮਹਾਰਾਜ ਕਹਿਣ ਲੱਗੇ, ਭਾਈ ਸਾਨੂੰ ਬਹੁਤ ਦੁੱਖ ਹੋਇਆ, ਤੁਸੀਂ ਸਾਡੀ ਬਾਣੀ, ਸਾਡੇ ਅੰਗ ਮਰੋੜੇ ਨੇ, ਤੁਸੀਂ ਇਸ ਨੂੰ ਗਲਤ ਪੜਿਆ ਹੈ। ਕਹਿਣ ਲੱਗਾ, ਮਹਾਰਾਜ ਜੇ ਮੈਂ ਗਲਤ ਪੜ੍ਹੀ ਹੈ ਬਾਣੀ ਤੇ ਆਪ ਜੀ ਸ਼ੁੱਧ ਮੈਨੂੰ ਦੱਸੋ ਕਿਵੇਂ ਪੜ੍ਹੀ ਜਾਵੇਗੀ, ਦੱਸੋ ਮਹਾਰਾਜ ਅਸੀਂ ਇਸ ਨੂੰ ਸ਼ੁੱਧ ਕਿਵੇਂ ਕਰੀਏ। ਤਾਂ ਉਸ ਸਮੇਂ ਫਿਰ ਕਲਗੀਧਰ ਜੀਆਂ ਨੇ ਬਚਨ ਕੀਤਾ ਸੀ। ਕਹਿਣ ਲੱਗੇ, ਭਾਈ ਜਦੋਂ ਜੰਗ ਯੁੱਧ ਤੋਂ ਅਸੀਂ ਵਿਹਲੇ ਹੋਵਾਂਗੇ ਉਸ ਸਮੇਂ ਫਿਰ ਅਸੀਂ ਇਸ ਜਿਹੜੇ ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦਾ ਤੇ ਅਰਥ ਕਰਨ ਦੀ ਸਾਰੀ ਜਿਹੜੀ ਹੈ ਉਹ ਵਿਧੀ ਪ੍ਰਣਾਲੀ ਸਮਝਾ ਦਿਆਂਗੇ। ਤਾਂ ਉਹ ਸਮਾਂ ਚੱਲਦਾ ਆਨੰਦਪੁਰ ਸਾਹਿਬ ਤੋਂ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਨੂੰ, ਕਿਲ੍ਹਾ ਆਨੰਦਗੜ੍ਹ ਨੂੰ ਛੱਡਦੇ ਹੋਏ ਸਰਸਾ ਨਦੀ ਤੋਂ ਕੱਚੀ ਗੜੀ ਚਮਕੌਰ, ਮੁਕਤਸਰ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਕਮਰ ਕੱਸਾ ਜੰਗ ਦਾ ਖੋਲ੍ਹਦੇ ਨੇ। ਉੱਥੇ ਸੱਚੇ ਪਾਤਸ਼ਾਹ ਨੇ ਜੰਗਾਂ ਦਾ ਕਮਰ ਕੱਸਾ ਖੋਲ ਕੇ ਤੇ ਆਰਾਮ ਕੀਤਾ ਸੀ। ਦਮਦਮਾ ਸਾਹਿਬ ਤਾਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਦਾ ਨਾਮ ਹੈ। ਤੋ ਸਾਧ ਸੰਗਤ ਜੀ, ਉੱਥੇ ਫਿਰ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਗਰੀਬ ਨਿਵਾਜ ਜੀਓ, ਆਪ ਜੀ ਨੇ ਇਹ ਵਚਨ ਕੀਤਾ ਸੀ ਵੀ ਜਦੋਂ ਕਮਰ ਕੱਸਾ ਖੋਲਾਂਗੇ, ਜੰਗ ਯੁੱਧ ਤੋਂ ਵਿਹਲੇ ਹੋਵਾਂਗੇ, ਉਸ ਸਮੇਂ ਚੀਜ਼ ਜਿਹੜੀ ਹੈ ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦਾ, ਅਰਥਾਂ ਨੂੰ ਕਰਨ ਦਾ ਆਪ ਜੀ ਨੇ ਬਚਨ ਕੀਤਾ ਸੀ। ਤੇ ਮਹਾਰਾਜ ਹੁਣ ਸਮਾਂ ਆ ਗਿਆ, ਆਪ ਜੀ ਕਿਰਪਾ ਕਰੋ। ਤੇ ਫਿਰ ਉੱਥੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਿੰਘਾਂ ਦੇ ਬਚਨ ਨੂੰ ਸੁਣ ਕੇ, ਆਪਣੇ ਬਿਰਧ ਨੂੰ ਪਛਾਣ ਕੇ ਇਹ ਹੁਕਮ ਕੀਤਾ ਸੀ ਕਿ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬੀੜ ਲਿਖਵਾਵਾਂਗੇ। ਨਵੀਆਂ ਬੀੜਾਂ ਛਪਵਾਉਣ ਵਾਸਤੇ, ਸੰਥਿਆ ਕਰਾਉਣ ਵਾਸਤੇ ਪ੍ਰੰਭਤਾ ਹੋਈ। ਮਹਾਰਾਜ ਨੇ ਕੁਝ ਸਿੰਘ ਕਰਤਾਰਪੁਰ ਸਾਹਿਬ ਤੋਂ ਬੀੜ ਮੰਗਾਉਣ ਵਾਸਤੇ ਭੇਜੇ, ਪਰ ਕਰਤਾਰਪੁਰ 'ਚ ਬੈਠੇ ਹੋਏ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ ਤੇ ਇਹ ਗੱਲ ਕਹੀ ਕਿ ਜੇ ਗੁਰੂ ਆਪ ਸੱਚਾ ਹੈ, ਗੁਰੂ ਗੋਬਿੰਦ ਸਿੰਘ ਗੁਰੂ ਹੈ, ਤੇ ਫਿਰ ਆਪ ਕੰਠੋਂ ਬਾਣੀ ਉਚਾਰ ਲਵੇ। ਤਾਂ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਸਾਧ ਸੰਗਤ ਜੀ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਤੇ ਸਹਾਇਕ ਬਾਬਾ ਦੀਪ ਸਿੰਘ ਜੀ ਨੂੰ ਲਿਖਾਰੀ ਲਾ ਕੇ ਸਮੇਤ ਹੋਰ 46 ਸਿੰਘ, ਕੁੱਲ 48 ਸਿੰਘਾਂ ਨੂੰ ਇੱਕ ਸੋਹਣੇ ਅਸਥਾਨ ਤੇ ਤੰਬੂਨੁਮਾ ਜਗ੍ਹਾ ਬਣਾ ਕੇ, ਜਿਹਦੇ ਵਿੱਚ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਸ਼ੁੱਧ ਗੁਰਬਾਣੀ ਦੇ ਅਰਥਾਂ ਨੂੰ ਗੁਰੂ ਗਰੀਬ ਨਿਵਾਜ ਜੀ ਨੇ ਆਰੰਭ ਕੀਤਾ ਸੀ। ਜਿਹਦੇ ਵਿੱਚ ਭਾਈ ਮਨੀ ਸਿੰਘ ਜੀ ਲਿਖਦੇ, ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਂਪੁਰਖ ਉਹ ਕਲਮਾ ਘੜ ਕੇ ਤੇ ਆਦਿਕ ਸਾਰੀ ਪੱਤਿਆਂ ਨੂੰ, ਜਿਹੜੇ ਪੱਤਰੇ ਹੁੰਦੇ ਉਹਨਾਂ ਨੂੰ ਆਵਾਜ਼ ਦੇ ਢੰਗ ਦੇ ਨਾਲ ਤੇ ਪੱਤਰਾ ਤਿਆਰ, ਸਿਆਹੀ ਤਿਆਰ ਕਰਕੇ ਦਿੰਦੇ। ਉਹ ਸਾਰੀ ਦੀ ਸਾਰੀ ਮਾਣ ਮਰਿਆਦਾ ਉੱਥੇ ਗਰੀਬ ਨਿਵਾਜ ਜੀਆਂ ਨੇ 48 ਸਿੰਘਾਂ ਨੂੰ ਇਹ ਕਿਰਿਆ ਕੀਤੀ ਸੀ। ਔਰ ਜਿਹੜੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਰਤਾਰਪੁਰ ਸਾਹਿਬ ਦੇ ਵਿੱਚ ਅੱਜ ਵੀ ਉਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਵਾਲੀ ਬੀੜ ਜਿਹੜੀ ਪਹਿਲੀ ਵਾਰ ਭਾਈ ਗੁਰਦਾਸ ਜੀ ਨੇ ਲਿਖੀ ਸੀ, ਉਹਦੇ ਨਾਲ ਦਾ ਹੀ ਸਾਰਾ ਕੁਝ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਗ ਮਾਤਰਾ ਸਮੇਤ ਉਵੇਂ ਹੀ ਉਚਾਰਨਾ ਸ਼ੁਰੂ ਕੀਤਾ। ਔਰ 48 ਸਿੰਘਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਅਰਥ ਪੜ੍ਹਾ ਕੇ 2 ਸੰਪਰਦਾਵਾਂ ਚਲਾਈਆਂ।
ਇੱਕ ਦੇ ਮੁਖੀ ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਥਾਪਿਆ ਗਿਆ, ਜਿਹਦੇ ਤੋਂ ਬਾਅਦ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਵੀ ਨਿਯੁਕਤ ਕੀਤੇ। ਤੇ ਇੱਥੇ ਭਾਈ ਮਨੀ ਸਿੰਘ ਜੀ ਨੇ ਸੰਪਰਦਾਇ ਟਕਸਾਲ, ਜਿਹਨੂੰ ਅੰਮ੍ਰਿਤਸਰੀ ਟਕਸਾਲ ਕਿਹਾ ਜਾਂਦਾ ਹੈ, ਉਹਦੇ ਨਾਲ ਪਾਵਨ ਬਾਣੀ ਦਾ ਪ੍ਰਚਾਰ ਪ੍ਰਸਾਰ ਤੇ ਸ਼ੁੱਧ ਉਚਾਰਨ ਸੰਗਤਾਂ ਦੇ ਵਿੱਚ ਪ੍ਰਸਾਰਿਤ ਕੀਤਾ। ਤੇ ਦੂਜੀ ਟਕਸਾਲ ਜਾਂ ਕਹਿ ਲਈਏ ਦੂਜਾ ਜਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖ, ਉਹਨਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਰਹਿ ਕੇ ਹੀ ਪ੍ਰਚਾਰ ਪ੍ਰਸਾਰ ਕਰਨ ਦਾ ਹੁਕਮ ਦਿੱਤਾ। ਤੋ ਸਾਧ ਸੰਗਤ ਜੀ, ਐਵੇਂ ਫਿਰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਤੇ ਦੂਜੇ ਬੰਨੇ ਸ਼ਹੀਦ ਭਾਈ ਮਨੀ ਸਿੰਘ ਜੀ ਬਣੇ। ਔਰ ਉਥੋਂ ਹੀ ਇਹ ਸੰਪਰਦਾ ਫਿਰ ਅੱਗੇ ਚਲਦੀ ਜਿਵੇਂ ਬਾਬਾ ਦੀਪ ਸਿੰਘ ਜੀ ਤੋਂ ਅੱਗੇ ਜਿਨ੍ਹਾਂ ਦਾ ਇਹ ਸਥਾਨ ਹੈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਜਿਸ ਸਥਾਨ ਤੇ ਆਪ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੇ ਹੋ ਔਰ ਜਿੱਥੋਂ ਇਹ ਵਿਚਾਰ ਪਾਵਨ ਰਿਕਾਰਡ ਵੀ ਹੋ ਰਹੀ ਹੈ, ਇਸ ਸਥਾਨ ਇਹ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸਥਾਨ ਹੈ, ਜਿਨ੍ਹਾਂ ਦੀ ਅਬਦਾਲੀ ਦੀਆਂ ਫੌਜਾਂ ਦੇ ਨਾਲ ਹੀ ਲੜਦਿਆਂ ਸ਼ਹਾਦਤ ਹੋਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ। ਤੋ ਸਾਧ ਸੰਗਤ ਜੀ, ਉਹਨਾਂ ਚ ਦਾਈ ਮਹਾਂਪੁਰਸ਼ਾਂ ਦਾ ਇਹ ਵੀ ਸਥਾਨ ਹੈ। ਅੱਗੇ ਸੰਪਰਦਾਇ ਚਲਦੀ ਦਮਦਮੀ ਟਕਸਾਲ ਦੇ ਸਮੂਹ ਗਿਆਨੀ ਵਿਦਵਾਨ ਸੰਤ ਜਨ ਮਹਾਂਪੁਰਖ ਜਨ ਇਹ ਉਸੇ ਤਰ੍ਹਾਂ ਹੀ ਸੰਪਰਦਾਈ ਢੰਗ ਨਾਲ ਭਲੀ ਪ੍ਰਕਾਰ ਬਜ਼ੁਰਗਾਂ ਕੋ ਇਸ ਚੀਜ਼ ਨੂੰ ਗ੍ਰਹਿਣ ਕਰਦੇ ਤੇ ਬੱਚਿਆਂ ਚ ਅੱਗੇ ਦਿੰਦੇ ਹਨ। ਗਾਂ ਦੀ ਗਾਂ ਇਦਾਂ ਚੱਲ ਰਹੀ ਹੈ।